ਅਸੀਂ ਵਡਭਾਗੀ ਹਾਂ ਜਿਹੜੇ ਇਸ ਕਲਯੁਗ ਦੇ ਭਿਅੰਕਰ ਸਮੇਂ ਵਿੱਚ ਸਾਰਿਆਂ ਨੂੰ ਅੰਮ੍ਰਿਤ ਵੇਲਾ ਮਿਲਿਆ ਹੈ। ਸਤਸੰਗਤ ਦੀ ਇਹ ਘੜੀ ਪ੍ਰਾਪਤ ਹੋਈ ਹੈ, ਜਿਹਦਾ ਹੀ ਵਿਸ਼ੇਸ਼ ਮਹੱਤਵ ਹੈ, ਜਿਹਦੀ ਇੱਕ ਘੜੀ ਵੀ ਬਹੁਤ ਵੱਡੀ ਮੰਨੀ ਜਾਂਦੀ ਹੈ। ਜੋ ਵੀ ਘੜੀਆਂ ਪ੍ਰਾਪਤ ਹੋਈਆਂ ਉਹ ਬੜੇ ਹੀ ਭਾਗਾਂ ਵਾਲੀ ਹੈ। ਆਓ ਪਹਿਲਾਂ ਸਾਰੇ ਕਥਾ ਆਰੰਭ ਕਰਨ ਤੋਂ ਪਹਿਲੇ ਨਾਮ ਜਪੀਏ ਜੀ। ਸਾਰਿਆਂ ਨੇ ਸਾਥ ਦੇਣਾ ਹੈ। ਵਾਹਿਗੁਰੂ 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 ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਏਹੋ, ਨਾਨਕ ਚਾਹੋ ਏਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਪਾਵਨ ਬੋਲ ਹਨ। ਰਾਗ ਧਨਾਸਰੀ ਹੈ।
ਘਰ ਦੂਜਾ ਅਸ਼ਟਪਦੀਆਂ 8 ਪਦੇ ਵਾਲਾ ਇਹ ਸ਼ਬਦ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਦੀ ਹੀ ਸੱਤਾ ਹੈ, ਇੱਕ ਦਾ ਹੀ ਸਾਰਾ ਸੰਸਾਰ, ਜਿੱਥੇ ਇੱਕ ਪ੍ਰਮਾਤਮਾ ਦਾ ਨਾਮ ਹੈ। ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਸਦਕਾ, ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਸਾਗਰ ਹੈ ਜਿਹਦੇ ਅੰਦਰ ਰਤਨ ਹਨ, ਨਾਮ ਅਮੋਲਕ ਰਤਨ ਜਿਹਨੂੰ ਕਿਹਾ ਜਾਂਦਾ, ਮਹਿੰਗੇ ਤੋਂ ਮਹਿੰਗੇ ਕੀਮਤੀ ਰਤਨ, ਸ਼ਬਦ ਦੇ ਰਤਨ, ਸਿਮਰਨ ਦੇ ਰਤਨ, ਇਹ ਸਭ ਗੁਰੂ ਵਿੱਚ ਹੈ। ਅੰਮ੍ਰਿਤ ਸੰਤ ਚੁਗੇ ਨਹੀਂ ਦੋਰੇ। ਅੰਮ੍ਰਿਤ ਗੁਣ ਜਿਹੜੇ ਹਨ ਉਹ ਸੰਤ ਲੋਕ, ਮਹਾਂਪੁਰਸ਼ ਜਾਂ ਗੁਰਸਿੱਖ ਲੋਕ ਇਹ ਚੁਗਦੇ ਹਨ ਰੋਜ਼ਾਨਾ। ਉਹ ਦੂਰ ਨਹੀਂ ਗੁਰੂ ਤੋਂ, ਇਹ ਗੁਰੂ ਦੇ ਨਜ਼ਦੀਕ ਹੀ ਰਹਿੰਦੇ ਹਨ। ਹਰ ਰਸ ਚੋਗ ਚੁਗੈ ਪ੍ਰਭ ਪਾਵੈ। ਹਰੀ ਦਾ ਰਸ ਦਾ ਚੋਗਾ ਚੁਗਦੇ ਹਨ, ਪ੍ਰਭੂ ਜੀ ਨੂੰ ਭਾਉ ਜਾਂਦੇ ਹਨ, ਪ੍ਰਭੂ ਨੂੰ ਭਾਵ ਚੰਗੇ ਲੱਗਦੇ ਹਨ। ਸਰਵਰ ਮੇ ਹੰਸ ਪ੍ਰਾਣ ਪਤ ਪਾਵੈ। ਸਰਵਰ ਵਿੱਚ ਜਿਸ ਤਰ੍ਹਾਂ ਕੋਈ ਹੰਸ ਹੁੰਦਾ ਹੈ, ਇसी ਤਰ੍ਹਾਂ ਗੁਰੂ ਕੇ ਸਿੱਖ ਪਿਆਰੇ ਇਹ ਗੁਰੂ ਨਾਲ ਜੁੜ ਕੇ ਪ੍ਰਾਣ ਪਾਉਂਦੇ ਹਨ। ਕਿਆ ਬਗ ਬਪੜਾ ਛਪੜੀ ਨਾਏ। ਜਿਹੜਾ ਬੱਗ ਹੈ ਨਾ, ਬੱਗ ਜਿਹੜਾ ਹੰਸ ਦਾ ਡੁਪਲੀਕੇਟ ਜਿਹਨੂੰ ਕਿਹਾ ਜਾਂਦਾ, ਸ਼ਕਲ ਸੂਰਤ ਤਾਂ ਬਿਲਕੁਲ ਹੰਸਾਂ ਵਰਗੀ ਹੈ, ਅੱਖਾਂ ਵੀ ਮੂੰਦ ਲੈਂਦਾ ਹੈ, ਪਰ ਮਨ ਵਿੱਚ ਧੋਖਾ ਹੁੰਦਾ, ਚਲਾਕੀ ਹੁੰਦੀ ਹੈ। ਉਸ ਬਪੜੇ ਦਾ ਇੱਥੇ ਐਗਜ਼ਾਮਪਲ ਦਿੱਤਾ ਹੈ, ਉਦਾਹਰਨ, ਕਿ ਉਹ ਛੱਪੜੀ ਵਿੱਚ ਨਹਾ ਵੀ ਲਵੇ ਬੱਗ, ਕੀਚੜ ਡੁੱਬੈ ਮੈਲ ਨਾ ਜਾਏ। ਕੀਚੜ ਵਿੱਚ ਡੁੱਬਿਆ ਹੈ, ਨਹਾਉਣ ਤੋਂ ਬਾਅਦ ਵੀ ਉਹਦੀ ਮਨ ਦੀ ਮੈਲ ਨਹੀਂ ਜਾਂਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੁਨਿਆਵੀ ਤੌਰ 'ਤੇ ਇਹ ਐਗਜ਼ਾਮਪਲ ਹੈ, ਅਧਿਆਤਮਿਕ ਤੌਰ 'ਤੇ ਉਸ ਬਪੜੇ ਨੂੰ ਉਹਨੂੰ ਕਿਹਾ ਹੈ ਜਿਹੜੇ ਮਨ ਦੇ ਵਿੱਚ ਖਰਾਬੀਆਂ ਰੱਖਦੇ ਹਨ, ਮਨ ਵਿੱਚ ਜਿਨ੍ਹਾਂ ਦੇ ਸਾਫ਼ ਨਹੀਂ ਹੈ, ਦੋਸ਼ ਹੈ। ਚਿੱਟੇ ਕੱਪੜੇ ਵੀ ਪਾ ਲੈਂਦੇ ਹਨ, ਰੂਪ ਵੀ ਧਾਰ ਲੈਂਦੇ ਹਨ ਧਾਰਮਿਕ, ਪਰ ਅਜੇ ਮਨ ਵਿੱਚ ਕੁਛ ਚਲਾਕੀਆਂ ਹੈਗੀਆਂ ਹਨ, ਉਹਨਾਂ ਦਾ ਮਨ ਹਜੇ ਧੋਤਾ ਨਹੀਂ ਜਾਏਗਾ। ਰਹਾਓ ਰਖ ਰਖ ਚਰਨ ਧਰੇ ਵਿਚਾਰੀ। ਇੱਕ ਇੱਕ ਚਰਨ ਵਿਚਾਰ ਕੇ ਰੱਖਿਆ ਕਰੋ। ਇਹਦਾ ਮਤਲਬ ਹੈ ਕਿ ਜ਼ਿੰਦਗੀ ਦੇ ਅੰਦਰ ਕੋਈ ਵੀ ਕੰਮ ਕਰੋ, ਸੋਚ ਵਿਚਾਰ ਕੇ ਕਰੋ। ਸਤਿਗੁਰ ਸਾਵਧਾਨ ਕਰ ਰਹੇ ਹਨ ਸਾਨੂੰ। ਦੁਬਿਧਾ ਛੋੜ ਪਏ ਨਿਰੰਕਾਰੀ। ਦੁਬਿਧਾ ਮਾਰ ਦੋ, ਦੁਈ ਦੁਐਤ ਦਾ ਨਾਸ਼ ਕਰ ਦੋ ਮਨ ਵਿੱਚ। ਮਨ ਵਿੱਚ ਭਰਮ ਘਰ ਤੋੜ, ਭਰਮ ਨੂੰ ਤੋੜੋ ਪਹਿਲੇ। ਦੁਬਿਧਾ ਛੋੜ ਭਏ ਨਿਰੰਕਾਰੀ। ਛੋੜੋਗੇ ਤਾਂ ਹੀ ਨਿਰੰਕਾਰ ਮਿਲੇਗਾ। ਮੁਕਤ ਪਦਾਰਥ ਹਰ ਰਸ ਚਾਖੇ। ਮੁਕਤੀ ਦਾ ਪਦਾਰਥ ਹੈ ਕਿਹੜਾ? ਹਰੀ ਰਸ ਨੂੰ ਚਖਣਾ, ਰੋਜ਼ਾਨਾ ਨਾਮ ਜਪਣਾ, ਬਾਣੀ ਦੀ ਵਿਚਾਰ ਕਰਨੀ, ਇਹ ਮੁਕਤੀ ਦਾ ਰਾਹ ਹੈ। ਆਵਣ ਜਾਣ ਰਹੇ ਗੁਰ ਰਾਖੇ। ਆਵੋਗੇ ਸੰਸਾਰ ਤੇ ਜਾਓਗੇ, ਪਰ ਗੁਰੂ ਤੁਹਾਡੀ ਰੱਖਿਆ ਕਰੇਗਾ। ਜੇ ਵਿਚਾਰ ਕਰਕੇ ਬਾਣੀ ਪੜ੍ਹੋਗੇ, ਜੇ ਵਿਚਾਰ ਕਰੋਗੇ ਤਾਂ ਫਿਰ ਤੁਹਾਡੀ ਰੱਖਿਆ ਗੁਰੂ ਰੱਖਣਗੇ। ਸਰਵਰ ਹੰਸਾ ਛੋੜ ਨਾ ਜਾਏ। ਇਹ ਗੁਰੂ ਰੂਪ ਸਰਵਰ ਹੈ ਬਾਣੀ ਜਿਹੜੀ ਅਸੀਂ ਇਸ ਟਾਈਮ ਵਿਚਾਰ ਕਰ ਰਹੇ ਹਾਂ। ਇਹ ਹੰਸ ਲੋਕ ਥੋੜ੍ਹਾ ਨਾ ਛੱਡ ਜਾਂਦੇ ਆ ਕਿਸੇ ਦੇ ਕਹਿਣ 'ਤੇ, ਤਾਨਾ ਮਾਰਨ 'ਤੇ, ਕੋਈ ਟੋਕਾ ਟੋਕੀ ਕਰਨ 'ਤੇ। ਕੋਈ ਹੰਸ ਇਸ ਬਾਣੀ ਤੋਂ ਪਰੇ ਨਹੀਂ ਹੋ ਜਾਏਗਾ। ਉਹ ਰੋਜ਼ਾਨਾ ਹੀ ਵਿਚਾਰ ਕਰੇਗਾ,
ਬਾਣੀ ਨਾਲ ਜੁੜੇਗਾ। ਪ੍ਰੇਮ ਭਗਤ ਕਰ ਸਹਿਜ ਸਮਾਏ। ਪ੍ਰੇਮ ਭਗਤ ਵਿੱਚ ਨਾ, ਪ੍ਰੇਮਾ ਭਗਤੀ ਅੰਦਰ, ਉਹਦੇ ਅੰਦਰ ਸਹਿਜ ਸਮਾਂਦਾ ਰਹੇਗਾ, ਸਹਿਜ ਵਿੱਚ ਆ ਜਾਏਗਾ। ਸਰਵਰ ਮੈਂ ਹੰਸ ਹੰਸ ਮੈਂ ਸਾਗਰ। ਸਰਵਰ ਵਿੱਚ ਹੰਸ ਰਹਿੰਦਾ ਹੈ ਤੇ ਹੰਸ ਸਾਗਰ ਦਾ ਹੀ ਰੂਪ ਬਣ ਜਾਂਦਾ ਹੈ। ਯਾਨੀ ਗੁਰਸਿੱਖ ਇੱਕ ਦਿਨ ਅਭੇਦ ਪੁਰਖ ਬਣ ਜਾਂਦੇ ਹਨ। ਉਹਨਾਂ ਵਿੱਚ ਤੇ ਗੁਰੂ ਵਿੱਚ ਬਿਲਕੁਲ ਵੀ ਫਰਕ ਨਹੀਂ ਰਹਿੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰੂਪ ਬਣਾ ਲੈਂਦੇ ਆਪਣਾ, ਬਾਣੀ ਪੜ੍ਹ ਪੜ੍ਹ ਕੇ, ਵਿਚਾਰ ਕਰ ਕਰਕੇ, ਹਿਰਦਾ ਸ਼ੁੱਧ ਕਰ ਕਰਕੇ, ਹੋਰਾਂ ਨੂੰ ਜੋੜ ਜੋੜ ਕੇ ਆਪ ਵੀ ਸ਼ੁੱਧ ਹੋ ਜਾਂਦੇ ਪੂਰੇ ਖਰੇ। ਅਕਥ ਕਥਾ ਗੁਰ ਬਚਨੀ ਆਦਰ। ਇਹ ਅਕਥ ਕਥਾ ਹੈ, ਗੁਰੂ ਦੇ ਬਚਨਾਂ ਦੀ ਕਥਾ। ਇਹ ਅਕਥ ਹੈ, ਦੀ ਕਹੀ ਨਹੀਂ ਜਾ ਸਕਦੀ। ਇਹਨੂੰ ਬੜੇ ਆਦਰ ਨਾਲ ਸੁਣਿਆ ਕਰੋ, ਸਤਿਕਾਰ ਨਾਲ ਵਸਾਓ ਮਨ। ਸੁਨ ਮੰਡਲ ਇੱਕ ਜੋਗੀ ਬੈਸੇ। ਨਾਰ ਨਾ ਪੁਰਖ ਕਹੂੰ ਕਉ ਕੈਸੇ। त्रिभुवन जोत रहे लिवलाई। सुर नर नाथ सच्चे सरनाई। त्रिभुवन जोत रहे लिवलाई। ये सतगुरु महाराज जी के मंडल की गल्लां हो रही है, जिथे एक जोत विराजमान है निरंकार की। जड़े ये जोगी होंदे हैं सुन मंडल वाले, ये सारे एक प्रकार की प्रभु की नार हैं। ये सारे उस जोत नूं मिलना चाहते हैं, लिव लाउंदे हैं। सुर नर नाथ सच्चे शरनाई। ये सुर नर देवते हो गए, नाथ हो गए, ये भी सच्चे नाल ही उस मंडल के अंदर विच लिव लाउंदे हैं। आनंद मूल अनाथ आधारी। गुरमुख भगत सहज विचारी। उस आनंद नूं प्राप्त करते हैं, मूल नूं, रब नूं प्राप्त करते हैं। अनाथ दे नाथ नूं, आधार नूं प्राप्त कर जाते। गुरमुख भगत सहज विचारी। जड़े गुरमुख हैं ये भगत सहज की विचार करते हैं, सहज विच रहते हैं। भगत वछल भै काटन हारे। भगत वछल किया गया गुरु नूं, परमात्मा का नाम है भगत वछल। भै काटन हारे, डर मुक गए तुहाडे। ये जिहड़े डर हुंदे मन दे संशे भौ ये कट जाते हैं। होमै मार मिले भगत हारे। पर इको शर्त है, होमे नूं मारो फिर भग जड़ा पैर अगे धरो, फिर जाके ये काम बनेगा। अनक जतन कर काल संताए। मरण लिखाए मंडल में आए। अनक जतन कर रहा है इंसान, उन्होंने काल संतांदा है। जतन करने तो बाद भी काल बहुत तंग करता है। मरण लिखाए, मरना लिखा के मंडल विच आए। अपने आप नूं बचा नहीं सकते, क्योंकि परमात्मा ने लिखी ऐसी। जन्म पदार्थ दुविधा खोवै। आप ना चीनस भ्रम भ्रम रोवे। अपने आप का हिरदे कभी खोले ही नहीं, अपने भ्रम नाल कभी लड़ाई की। उसी भ्रमा के अंदर ही अपने आप की विचार नहीं की इंसान ने, वो रोंदा है भरमा करके। कह तो पढ़ तो सुन तो एक। धीरज धर्म धरनी धर टेक। कहते भी, पढ़दियाँ भी, सुनदिया भी उस एक दी विचार आती है मन। धीरज मिलता है, धर्म मिलता है, धरनी धर टेक, उसकी टेक प्राप्त होती है। जत सत संजम हृदा समाए। कोई कहते ना जति है, सती है, संजम विच है, वो हृदय अंदर, घर के अंदर समाना शुरू हो जाता। चौथे पद को जे मन पति आए।
ये चौथा पद मनिया गया है। जे सह जाएगा तो ताई चौथा पद प्राप्त होएगा। मन विच प्राप्ति हो जाती है। साचा निर्मल मैल न लागै। जड़े सच नाल जुड़नगे, प्रभु नाल जुड़नगे, उन्होंने ये जन्म मरण की मैल नहीं लगेगी, दोष नहीं लगेगा। गुर का शब्द भरम भो भागै। गुरु के शब्द नाल विचार करन नाल मन का भरम भौ डर भग जाएगा। सूरत मूरत आद अनूप, नानक जाचै साच स्वरूप। नानक जी ने उस स्वरूप को जानिया है, उस सच्चे दे नाल जोड़िया है। उस वाहिगुरु निरंकार नाल एक मिक सानू करवा दिता है। उन्होंने बाणी बाणी नाल सानू जोड़ के गुरसिੱਖੀ जीवन दिता है। गुरु नानक देव जी महाराज ने ये ज्ञान कराया है कि गुरु रूप सागर नाल जुड़ो, इहदे अंदर रतन है, ये चुब्बी मारिया करो भाई। गुरु हरगोबिंद साहब जी समय ना भाई सुथरा जी होए, सुथरा जी, इन्हां दे जीवन के अंदर एक घटना सी। ये जदों जन्म लिता तो इन्हां दे मूँह विच दंद भी सी, जन्म लैंदे दंद। तो जदों इन्हों जन्म लैन तो बाद माता के कुख विचों संसार विच आए तो लोग इन्हों कुथरा कहन लगे, कहते ये सोहना ही नहीं है, ये अपशुग है, ये कुथरा बच्चा है, ये माँ प्यो से बहुत भारी होएगा। संसार वाले कहते इनू छेती तो छेती इहदे कोल जान छुड़ाओ, इनू हो सके तो किसी जंगल में सुट आओ, उत्थे आपे ही यदि मौत हो जाएगी। माँ प्यो माँ कोई भी नहीं चाहती मेरा बच्चा सुटिया जाए, सब नूं प्यारा हुंदा मावां नूं, पर आस पड़ोस वाले तंग करन लग गए सी, जोर जबरदस्ती की नगर ने, तां फिर ये जंगल में छड्ड आए बच्चे कूड़े के ढेर में। उत्थे जिथे कुत्ता कुत्ती बैठे सन, उन्हां दा बच्चा जन्म लै रहा सी, उन्हां दे कोल ही ये बच्चे नूं सुट आए सी। हरगोबिंद साहब जी आप जी नूं पता है जंगल विचों लंघ रहे सी ਸਿੰਘਾਂ ਦੇ ਨਾਲ, उधर रोन की आवाज़ आई तो फिर बच्चा प्राप्त होया। तो देख के सिंह बोले ये बच्चा कुथरा है, इनू कुथरा समझ के नगर वासियों ने सुटिया जंगल। गुरु जी सहज सवाई बोले कुथरा नहीं, ये तो सुथरा है, आखो सतनाम श्री वाह। जिदा कोई भी नहीं उदा मालक है। और उस वेले कहते गुरु हरगोबिंद साहब जी ने बचन किते, अज तो बाद ये गुरु घर रहेगा बच्चा, इसकी पालन पोषण का जिम्मा असीं उठावांगे, साडे नाल ही रहेगा। बाबा जी ने अपने पहली रात कहते अपने बिस्तरे विच सांझ पवाई सी बच्चे, कंबल करके ते कोटन रूई नाल उहदे मूँह विच अमृत दुध पाया सी अपने हत्थां नाल। गुरु जी ने छेवें पातशाह ने मीरी पीरी के मालक ने आप रूई विच डुबो के ना दुध ते निचोड़ निचोड़ के बच्चे नूं पालिया सी। इस तरह अगे जाके गुरु गोबिंद सिंह जी वेले दी गल्लां है, काफ़ी लंबी उम्र हुई इस बच्चे की। 10वें पातशाह वेले ये बहुत जवान ते सियाणे हो गए सी ते संगत नाल ऐसी गल करते सी, वरली बिल्कुल निराली गल्लां करते सी सुथरा जी, जिहदे करके अकल आ जाए, संगत विच बहन की अकल आ जाए, विचरन की अकल आ जाए। इन्हां दी अलग ही गल शैली होंदी सी। भाई सुथरा जी, सुथरा जी एक बारी संगत इसी तरह दीवान सजे है, गुरु गोबिंद सिंह जी महाराज कथा कर रहे हैं, जिस तरह ये दीवान सजे बाहर जोड़े घर विच जोड़े पे सन। भाई सुथरा जी बोरी ले आए, बोरी भर के संगत की सारे चप्पल जोड़े चक के लै गए, आखो सतनाम श्री वाह। संगत के किसी बंदे ने मनुख ने गुस्से देख लिया, सुथरा नूं ले जाते बोरी ते बाहर गई संगत ते किसी की चप्पल नहीं। गुरु जी नूं शिकायत की गई
कि भाई सुथरा ਨੂੰ ਦੇਖਿਆ ਸੀ ਲਿਜਾਂਦੇ ਇਹ ਕੰਮ ਕਰਦੇ। ਬਾਬਾ ਜੀ ਹੱਸਣ ਲੱਗੇ, ਬੁਲਾਓ ਸੁਥਰਾ ਨੂੰ। ਸੁਥਰਾ ਨੂੰ ਪੇਸ਼ ਕੀਤਾ। ਸੁਥਰਾ ਜੀ ਤੁਸੀਂ ਇਹ ਕਿਉਂ ਕੀਤਾ? ਸੰਗਤ ਦੀ ਚੱਪਲਾਂ ਜੋੜੇ ਲੈ ਕੇ ਕਿਉਂ ਚਲੇ ਗਏ ਅੱਜ? ਸੁਥਰਾ ਜੀ ਬੋਲੇ, ਮੈਨੂੰ ਪਹਿਲਾਂ ਇਹ ਦੱਸੋ ਮਹਾਰਾਜ, ਆਪ ਜੀ ਬੜੀ ਸੁੰਦਰ ਕਥਾ ਕਰ ਰਹੇ ਸੀ, ਬਹੁਤ ਸੁੰਦਰ ਦੀਵਾਨ ਚੱਲ ਰਿਹਾ ਸੀ, ਇਹਨਾਂ ਨੂੰ ਪੁੱਛੋ ਕਥਾ ਕਿਹੜੀ ਚੱਲਦੀ ਸੀ ਦੀਵਾਨ ਵਿੱਚ, ਕਿਸ ਟੌਪਿਕ ਤੇ ਕਿਸ ਵਿਸ਼ੇ ਦੀ ਕਥਾ ਸੀ? ਕੋਈ ਵੀ ਨਾ ਜਵਾਬ ਦੇ ਪਾਏ, ਕੋਈ ਵੀ ਨਾ। ਭਾਈ ਸੁਥਰਾ ਜੀ ਕਹਿੰਦੇ, ਜੇ ਤੁਸੀਂ ਮੈਨੂੰ ਆਗਿਆ ਦੇਵੋ ਗੁਰੂ ਜੀ, ਆਪ ਜੀ ਦੀ ਕਿਰਪਾ ਨਾਲ ਜਿਸ ਤਰ੍ਹਾਂ ਆਪ ਜੀ ਨੇ ਵਿਸ਼ੇ ਰੱਖਿਆ ਸੀ ਹੂਬਹੂ ਸਾਰੀ ਕਥਾ ਮੈਂ ਵੀ ਸੁਣਾ ਦੇਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੁਥਰਾ ਜੀ ਨੇ ਸੁਣਾਤੀ। ਸੰਗਤ ਹੈਰਾਨ, ਸੰਗਤ ਪਰੇਸ਼ਾਨ, ਕਹਿੰਦੇ ਇਹ ਕਿੰਜ ਹੋ ਗਿਆ? ਇਹ ਤਾਂ ਬਾਹਰ ਸੀ, ਜੋੜੇ ਘਰ ਹੀ ਸਾਡਾ ਕੰਮ ਦੂਜਾ ਕਰਦਾ ਸੀ, ਚੱਪਲਾਂ ਚੱਕਦਾ ਸੀ, ਇਹਨੂੰ ਕਥਾ ਕਿਧਰੋਂ ਯਾਦ ਹੋ ਗਈ? ਸੁਥਰਾ ਜੀ ਬੋਲੇ, ਇਹਨਾਂ ਦਾ ਧਿਆਨ ਦਰਅਸਲ ਕਥਾ ਵਿੱਚ ਹੈ ਹੀ ਨਹੀਂ ਸੀ, ਇਹ ਹਾਜ਼ਰ ਗੈਰ ਹਾਜ਼ਰ ਹੋਏ ਪਏ ਸੀ। ਹਾਜ਼ਰ ਹੋ ਕੇ ਵੀ ਮਨ ਬਾਹਰ ਸੀ ਇਹਨਾਂ ਦਾ। ਇਹ ਦੇਖਦੇ ਸੀ ਸੁਥਰਾ ਚੱਪਲ ਚੋਰੀ ਕਰਦਾ ਹੈ, ਮੇਰੀ ਸ਼ਿਕਾਇਤ ਕਰਨਾ ਚਾਹੁੰਦੇ ਸੀ। ਔਰ ਅੰਮ੍ਰਿਤ ਵਰਗੀ ਕਥਾ ਇਹਨਾਂ ਨੇ ਬਿਲਕੁਲ ਚੇਤੇ ਵਿੱਚ ਨਹੀਂ ਸੀ। ਮਹਾਰਾਜ ਇਸ ਕਰਕੇ ਮੈਂ ਇਹ ਕੰਮ ਕੀਤਾ ਹੈ ਤਾਂ ਕਿ ਇਹਨਾਂ ਦਾ ਸੁਧਾਰ ਹੋ ਜਾਵੇ। ਗੁਰੂ ਗੋਬਿੰਦ ਸਿੰਘ ਜੀ ਬਹੁਤ ਹੱਸੇ, ਕਹਿੰਦੇ ਭਾਈ ਸੁਥਰਾ ਤੇਰੀ ਗੱਲਾਂ ਬੜੀ ਨਿਰਾਲੀਆਂ ਹੈ, ਬੜੀ ਆਨੰਦਮਾਇਕ ਹੈ। ਸੰਗਤ ਨੂੰ ਗਿਆਨ ਮਿਲ ਗਿਆ ਸੁਥਰਾ ਜੀ ਇਸ ਗੱਲ ਕਰਕੇ। ਇੱਕ ਦਿਨ ਪਹਿਰੇਦਾਰ, ਹੁਣ ਸਾਡੇ ਇੱਧਰ ਵੀ ਪਹਿਰੇਦਾਰ ਖੜਦੇ ਹਨ, ਉਸ ਵੇਲੇ ਵਿਉਂਤ ਬਣ ਗਈ। ਪਹਿਰੇਦਾਰਾਂ ਨੇ ਹੁਕਮ ਲਾਤਾ ਕਿ ਗੁਰੂ ਘਰ ਖਾਲੀ ਮੱਥਾ ਨਹੀਂ ਟੇਕਣਾ, ਕੋਈ ਨਾ ਕੋਈ ਭੇਟਾ ਲੈ ਕੇ ਆਓ ਜੀ ਆਪਣੇ ਘਰੋਂ, ਗੁਰੂ ਜੀ ਨੇ ਸਮਕਸ਼ ਰੱਖੋ। ਭਾਈ ਸੁਥਰਾ ਜੀ ਨੂੰ ਵੀ ਪਤਾ ਲੱਗ ਗਿਆ, ਇੱਦਾਂ ਪਹਿਰੇਦਾਰ ਨੇ ਪਾਬੰਦੀ ਲਾਤੀ ਹੈ। ਸੁਥਰਾ ਜੀ ਬੜੀ ਵੱਡੀ ਪੰਡਲ ਬੰਦ ਕੇ ਅੱਜ ਸਿਰ ਤੇ ਆ ਰਹੇ ਹਨ। ਸਾਰੀ ਸੰਗਤ ਹੈਰਾਨ ਹਨ, ਪਤਾ ਨਹੀਂ ਕੀ ਲੈ ਕੇ ਆਇਆ ਸੁਥਰਾ। ਪਹਿਰੇਦਾਰ ਨੇ ਪੁੱਛਿਆ, ਭਾਈ ਕੀ ਲਿਆਇਆ? ਕਹਿੰਦੇ ਖੰਡ ਲਿਆਇਆ, ਖੰਡ। ਕਹਿੰਦੇ ਚੰਗਾ ਲੈ ਜਾ ਅੰਦਰ। ਅੰਦਰ ਗਈ ਪੰਡ, ਹੁਣ ਪੰਡ ਤੇ ਥੱਲੇ ਧਰਤੀ ਤੋਂ ਉਤਾਰੀ, ਦੋ ਬੰਦਿਆਂ ਨੇ ਨਾਲ ਲੱਗ ਕੇ ਸੁਥਰੇ ਦੇ ਸਿਰ ਤੋਂ। ਹੁਣ ਸੁਥਰਾ ਗੁਰੂ ਜੀ ਵੱਲ ਮੱਥਾ ਨਹੀਂ ਟੇਕ ਰਿਹਾ, ਪੰਡ ਨੂੰ ਡੰਡੋਤਾਂ ਕਰਕੇ ਸਾਰੀ ਤਰਫ ਚੱਕਰ ਹੀ ਕੱਟੀ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਜਿਹਨੂੰ ਕਹਿੰਦੇ ਪਰਿਕਰਮਾ ਕਰਨੀ, ਪਰਿਕਰਮਾ ਕਰ ਰਿਹਾ ਹੈ ਪੰਡ ਦੀ, ਤੇ ਮੱਥੇ ਟੇਕੀ ਜਾਂਦਾ ਹਰ ਪਰਿਕਰਮਾ ਤੋਂ ਬਾਅਦ। ਉਸ ਤੋਂ ਬਾਅਦ ਉਧਰ ਪਹਿਰੇਦਾਰ ਬਾਹਰੋਂ ਨੱਸਦਾ ਆਇਆ। ਪਹਿਰੇਦਾਰ ਸਿੰਘ ਆਇਆ ਗੁੱਸੇ, ਇਹ ਕੀ ਕਰਦਾ ਹੈ ਤੂੰ? ਪੰਡ ਨੂੰ ਨਮਸਕਾਰਾਂ ਕਰ ਰਿਹਾ, ਕੀ ਹੈ ਤੇਰੀ ਪੰਡ 'ਚ? ਕਹਿੰਦੇ ਇਸ ਪੰਡ ਕਰਕੇ ਮੈਂ ਅੱਜ ਗੁਰੂ ਜੀ ਦੇ ਦਰਸ਼ਨ ਕਰ ਰਿਹਾ, ਇਸ ਕਰਕੇ ਪੰਡ ਮੇਰੇ ਵਾਸਤੇ ਸਤਿਕਾਰਯੋਗ ਹੋ ਗਈ, ਮੈਂ ਇਹਨੂੰ ਮੱਥੇ ਟੇਕਦਾ। ਕਾਰਨ ਤੇ ਪੰਡ ਹੀ, ਤੁਸੀਂ ਪਾਬੰਦੀ ਲਾਈ ਸੀ। ਪਹਿਰੇਦਾਰ ਨੇ ਜਦੋਂ ਪੰਡ ਦੇਖੀ ਧਿਆਨ ਨਾਲ, ਤੇ ਵਿੱਚ ਰਾਖ, ਜਿਹਨੂੰ ਭਾਂਡੇ ਮਾਂਜਣ ਦੀ ਸੁਆਹ ਨਹੀਂ ਕਹਿੰਦੇ, ਸੁਆਹ ਪੁਰਾਣੇ ਜ਼ਮਾਨੇ 'ਚ ਇਹ ਚੱਲਦੀ ਸੀ, ਉਹ ਰਾਖ ਦੇਖ ਕੇ ਪਹਿਰੇਦਾਰ ਨੂੰ ਹੋਰ ਗੁੱਸਾ ਤਿਉਰੀਆਂ ਚੜ੍ਹ ਗਈ। ਕਹਿੰਦੇ ਸਾਨੂੰ ਝੂਠ ਬੋਲਦਾ ਤੂੰ। ਕਹਿੰਦੇ ਕੀ ਕਰਾਂ, ਮੇਰੇ ਕੋਲ ਜੋ ਹੈ ਮੈਂ ਉਹੀ ਲਿਆਣਾ ਹੈ। ਮੈਂ ਕਿਹਾ ਮੈਂ ਤਾਂ ਗੁਰੂ ਘਰ ਦਾ ਬੱਚਾ ਹਾਂ, ਮੈਂ ਤਾਂ ਇੱਥੇ ਹੀ ਪਲਿਆ ਪੋਸਿਆ, ਮੇਰੇ ਕੋਲ ਜੋ ਸੀ ਤੁਸੀਂ ਸ਼ਰਤ ਰੱਖੀ ਸੀ, ਮੈਂ ਭੇਟਾ ਲੈ ਆਇਆ। ਗੁਰੂ ਜੀ ਨੇ ਪਹਿਰੇਦਾਰ ਨੂੰ ਹਟਾਇਆ ਪਰੇ, ਕਹਿੰਦੇ ਪਿੱਛੇ ਹਟ। ਇਹਦੀ ਜਿਹੜੀ ਰਾਖ ਹੈ ਨਾ, ਇਹ ਵੀ ਅੱਜ ਪ੍ਰਵਾਨ ਹੋ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਾਖ ਵੀ ਗੁਰੂ ਘਰ ਪ੍ਰਵਾਨ ਹੈ। ਕਹਿੰਦੇ ਇਹਦੀ ਰਾਖ ਦੀ ਪਟਲੀ ਚੱਕੋ, ਹੁਣੇ ਹੀ ਲੰਗਰ ਦੇ ਭਾਂਡਿਆਂ ਵਿੱਚ ਜਾ ਕੇ ਸੁੱਟੋ। ਉੱਥੇ ਸੰਗਤ ਇਹਦੇ ਰਾਖ ਔਰ ਮਿੱਟੀ ਨਾਲ ਸਾਰੇ ਬਾਟੀਆਂ ਮਾਂਜਣਗੀਆਂ, ਔਰ ਜਿੱਦੋਂ ਜਦੋਂ ਰਾਖ ਨਾਲ ਬਾਟੀ ਮੰਜੇਗੀ, ਔਰ ਇਹਨੂੰ ਸਾਰਾ ਸੁਥਰੇ ਜੀ ਨੂੰ ਫਲ ਪ੍ਰਾਪਤ ਹੋਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਚ ਕਹੂੰ ਸੁਨ ਲਿਓ ਸਭੈ,
जिन प्रेम कियो तिन ही प्रभ पायो। ये सी भाई सुथरा जी के कौतुक, ज्ञान देंदे सी जी, ज्ञान। एक बार होर छोटी जी कथा है सुथरा जी के जीवन की घटना। ये की किया इन्होंने, एक मिठाई वाले को खड़ जाते रोज़ रोज़, उन्होंने कहते भाई आ कोई मिठाई दे भाई छकांगा, स्वादली है बड़ी। वो मिठाई छकन लग गए, उन्होंने लिखाई जान खाते, ये मेरे नाम लिखी जा, खाता तैयार कर लै, मैं तेनों जो कुछ दिनों जो बकाया सारा चुका दाँगा। वो दिंदा रहा, गुरु घर का सिख सी सुथरा। कुछ दिन बीते, हलवाई ने फिर मिठाई ने पैसा मंगया, भाई सुथरा बहुत बन गए, 10-12 दिन हो गए मिठाई खाते, हुण दे जा जिन्ना भी बनया। भाई सुथरा कहंदा मैं तो तेरी कोई मिठाई खाई नहीं भाई, मैं कित्थों देवां। वो हलवाई हैरान हो गया, सुथरा मैं तेनों भरोसा करके मिठाई दिती है, हुण मेरा चुका सारे हिसाब चुकाना कर। वो कहंदे मैं खाई नहीं। विवाद गुरु जी अगे पहुँच गया, मिठाई अल्ला भी पहुँच गया। सुथरा जी नूं गुरु जी हसन लग गए, कहंदे की गल है, क्यों तुसी मना करते हो। कहंदे बाबा जी मैनूं एक गल दसो, मैं तो आप जी के आशे अनुसार चल रहा, गुरबाणी जो लिखिया वो पढ़ रहे, ज्ञान देना चाहते सी गल ते। कहंदे किस तरह, कहंदे गुरबाणी में जपजी साहिब लिखिया है, केते लै लै मुकर पाए। कहंदे केते कई जन्म ले गए, वो ले के संसार की दातां ले के रब दे अगे मुकरू बन गए। दात प्यारी विसरिया दातारा, खुशियां ले लेंदे, अरदासां करा लेंदे हैं, जदों रब दातां झोलियां भरदा है फिर उस तो बाद उसकी मुकर भी हो जाते, मुकरू हो जाते, उसका शुकराना नहीं करते, नितनेम नहीं वधाते, पाठ नहीं करते। कहने का भाव ये सी, मिठाई वाले का एक उदाहरण सी सुथरा जी। केते लै लै मुकर पाए, बाबा जी अगों हस के बोले, केते मूर्ख खाई खाए। कहते अगली पंक्ति भी पढ़ो भाई सुथरा, वो मूर्ख हैं जड़े खांदे हैं इस तरह। मूर्ख कहता बाबा जी ने, कहते मूर्ख दे समान हैं जड़े ना शुकराना होंदे गुरु दे। भाई सुथरा तेरी पंक्तियां का मैं मतलब पूरी तरह समझ गया। उस हलवाई नूं गुरु जी ने सोने की मोहरां दे के तोड़ता, कहते जा भाई ये गुरु घर का बच्चा है, इहदा बिल असी चुकावांगे। आखो सतनाम श्री वाहिगुरू। ये भाई सुथरा जी के जीवन की झलकियाँ, जिन्हों ने हासे मजाक के अंदर ही इन्ना गुरु घर दे विच उपदेश दे छड्डे। आओ सारे जपो जी, वाहेगुरू 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 वाहे।